Hi friends, good morning. Hope you are all good. My name is Sehaj. And my name is Loveleen. Okay, we are from Blue Eye Immigration. Today we will be talking about different PR programs other than LMIs to get your PR in Canada. Firstly, Loveleen will talk about the Rural Renewal Stream and other different programs in which we can apply and submit our application in PR. ਲੋਕਾਂ ਨੂੰ ਪਤਾ ਹੀ ਨਹੀਂ ਹੈ ਕਿ LMI ਤੋਂ ਇਲਾਵਾ ਵੀ ਬਹੁਤ ਸਾਰੇ ਪ੍ਰੋਗਰਾਮ ਪਾਥਵੇ ਹੈਗੇ ਨੇ ਜਿਹਦੇ ਵਿੱਚ ਤੁਸੀਂ ਡਾਇਰੈਕਟ PR ਲੈ ਸਕਦੇ ਹੋ। ਲਾਈਕ ਐਲਬਰਟਾ ਦੇ ਵਿੱਚ 4 ਤਰ੍ਹਾਂ ਦੇ ਵਰਕਰ ਪ੍ਰੋਗਰਾਮਸ ਚੱਲ ਰਹੇ ਨੇ ਇਸ ਟਾਈਮ। ਐਲਬਰਟਾ ਐਕਸਪ੍ਰੈਸ ਐਂਟਰੀ, ਐਲਬਰਟਾ ਟੈਕ ਪਾਥਵੇ, ਐਲਬਰਟਾ ਓਪਰਚੁਨਿਟੀ ਸਟਰੀਮਸ ਐਂਡ ਰੂਰਲ ਰਿਨਿਊਅਲ ਸਟਰੀਮ। ਅੱਜ ਅਸੀਂ ਗੱਲ ਕਰਾਂਗੇ ਪਹਿਲਾਂ ਰੂਰਲ ਰਿਨਿਊਅਲ ਸਟਰੀਮ ਦੀ, ਜੋ ਕਿ ਇੱਕ ਕਮਿਊਨਿਟੀ ਡਰਿਵਨ ਪ੍ਰੋਗਰਾਮ ਹੈ। ਇੱਕ ਕਮਿਊਨਿਟੀ ਡਰਿਵਨ ਪ੍ਰੋਗਰਾਮ ਕੀ ਹੁੰਦਾ ਹੈ? ਇੱਕ ਕਮਿਊਨਿਟੀ ਡਰਿਵਨ ਪ੍ਰੋਗਰਾਮ ਕੁਝ ਪਾਰਟਿਸਿਪੈਂਟ ਕਮਿਊਨਿਟੀਜ਼ ਨੂੰ ਇਸ ਗਵਰਨਮੈਂਟ ਨੇ ਪਾਵਰ ਦਿੱਤੀ ਹੋਈ ਹੈ ਕਿ ਉਹ ਨਿਊ ਕਮਰਸ ਨੂੰ ਅਟਰੈਕਟ ਕਰਨ, ਰਿਟੇਨ ਕਰਨ ਤੇ ਉੱਥੇ ਦੀ ਜੋ ਇਕਨੋਮਿਕ ਡਿਵੈਲਪਮੈਂਟ ਨੂੰ ਹੋਰ ਬੂਸਟ ਅਪ ਕਰਨ। ਇਹ ਇੱਕ LMI ਤੋਂ ਬਹੁਤ ਹੀ ਵਧੀਆ ਪ੍ਰੋਗਰਾਮ ਹੈ ਕਿਉਂਕਿ LMI ਦੇ ਪ੍ਰੋਸੈਸ ਵਿੱਚ ਤੁਹਾਨੂੰ PR ਲੈਂਦੇ 2 ਤੋਂ 3 ਸਾਲ ਲੱਗ ਜਾਂਦੇ। It's a long process. It's a long process, but in this case you can get your PR in just 10 to 12 months, and you can fly from your home country when you get your confirmation of PR. ਸੋ ਤੁਸੀਂ ਦੱਸ ਸਕਦੇ ਹੋ ਸਾਨੂੰ ਕਿ ਇਹਦੀਆਂ ਕੀ ਰਿਕੁਆਇਰਮੈਂਟਸ ਐਂਡ ਐਲੀਜੀਬਿਲਿਟੀ ਕ੍ਰਾਈਟੇਰੀਆ ਹੈਗਾ ਵਾ ਜਿਹਦੇ ਵਿੱਚ ਲਾਈਕ ਸਾਡੇ ਵਿਊਅਰਸ ਕਰ ਸਕਦੇ ਆ? ਇਹਦੀ ਸਭ ਤੋਂ ਪਹਿਲਾਂ ਐਲੀਜੀਬਿਲਿਟੀ ਹੈਗੀ ਹੈ ਕਿ ਕਿਸੇ ਵੀ ਪਾਰਟਿਸਪੈਂਟ ਜਾਂ ਕੈਂਡੀਡੇਟ ਨੂੰ ਕੋਲ ਇੱਕ ਜੌਬ ਆਫਰ ਚਾਹੀਦਾ, ਉਹ ਉਸ ਪਰਟੀਕੂਲਰ ਕਮਿਊਨਿਟੀ ਦੇ ਇੰਪਲੋਇਰ ਵੱਲੋਂ। ਤੇ ਉਹ ਕਮਿਊਨਿਟੀ ਦਾ ਜਿਹੜਾ ਇੰਪਲੋਇਰ ਹੁੰਦਾ ਹੈ ਉਸ ਪਰਟੀਕੂਲਰ ਕਮਿਊਨਿਟੀ ਦੇ ਵਿੱਚ ਜਿਹੜੇ ਇੰਪਲੋਇਰਸ ਹੁੰਦੇ ਆ ਉਹ ਤੁਹਾਨੂੰ ਜੌਬ ਆਫਰ ਦੇ ਸਕਦੇ ਨੇ। ਤੇ ਦੂਜੀ ਐਲੀਜੀਬਿਲਿਟੀ ਉਹ ਹੁੰਦੀ ਹੈ ਕਿ ਤੁਹਾਨੂੰ ਇੱਕ ਐਂਡੋਰਸਮੈਂਟ ਲੈਟਰ ਚਾਹੀਦਾ ਬਾਈ EDO ਤੋਂ ਕਿ ਤੁਸੀਂ ਡਾਇਰੈਕਟ PR ਲੈ ਸਕਦੇ ਹੋ ਐਲਬਰਟਾ ਦੇ ਵਿੱਚ। ਇਹ ਇਸ ਲਈ ਕੀਤਾ ਗਿਆ ਹੈ ਕਿ ਐਲਬਰਟਾ 'ਚ ਬਹੁਤ ਸਾਰੇ ਲੋਕ ਆਉਂਦੇ ਆ, ਬਟ ਜ਼ਿਆਦਾਤਰ ਉਹ ਸਾਰੇ ਕੈਲਗਰੀ ਜਾਂ ਐਡਮਿੰਟਨ ਹੀ ਸੈਟਲ ਮੇਨ ਪ੍ਰੋਵਿੰਸਸ ਵਿੱਚ ਜ਼ਿਆਦਾ ਪ੍ਰੈਫਰ ਕਰਦੇ ਆ, ਮੇਨ ਸਿਟੀਜ਼ ਦੇ ਵਿੱਚ। ਬਟ ਇਹਨਾਂ ਵਿੱਚ ਸਮਾਲ ਸਿਟੀਜ਼ ਨੂੰ ਵੀ ਹੋਰ ਜ਼ਿਆਦਾ ਬੂਸਟ ਅਪ ਕਰਨ ਲਈ ਗਵਰਨਮੈਂਟ ਨੇ ਪ੍ਰੋਗਰਾਮ ਬਣਾਇਆ ਹੈ, ਜਿਹਦੀ ਐਲੀਜੀਬਿਲਿਟੀ 2 ਤਾਂ ਮੈਂ ਦੱਸ ਹੀ ਚੁੱਕੀ ਹਾਂ। ਇਹ ਜਿਹੜੀ ਐਂਡੋਰਸਮੈਂਟ ਲੈਟਰ ਤੁਹਾਨੂੰ ਮੈਂ ਦੱਸਣਾ ਚਾਹਾਂਗੀ ਕਿ ਇਹ ਜਿਹੜੀ ਐਂਡੋਰਸਮੈਂਟ ਲੈਟਰ ਹੈ ਇਹਦੇ ਜਦੋਂ ਤੁਹਾਨੂੰ ਮਿਲ ਜਾਂਦੀ ਹੈ ਇਹ ਤੁਹਾਡੇ ਸਿੱਧੇ CR ਸਕੋਰ ਵਿੱਚ 600 ਪੁਆਇੰਟਸ ਐਡ ਆਨ ਕਰਦੀ ਹੈ, ਜਿਹਦੇ ਨਾਲ ਤੁਸੀਂ ਬਹੁਤ ਜ਼ਿਆਦਾ ਜਲਦੀ ਆਪਣੀ PR ਤੁਹਾਨੂੰ ਮਿਲ ਜਾਂਦੀ ਹੈ, ਰਾਈਟ। ਤੇ ਇਹਦੀ ਬਹੁਤ ਹੀ ਜ਼ਿਆਦਾ ਫਲੈਕਸੀਬਲ ਹੈ। ਕਿਸ ਤਰ੍ਹਾਂ ਕਿ ਤੁਹਾਡੀ ਜਿਹੜੀ ਲੈਂਗੁਏਜ ਰਿਕੁਆਇਰਮੈਂਟ ਹੈ ਟਾਇਰ 2, 0, 1, 2, 3, 4, 5 ਸਾਰੇ ਇਹਦੇ ਵਿੱਚ ਕੁਆਲੀਫਾਈ ਕਰਦੇ ਐਕਸੈਪਟ ਕੁਝ ਆਕੂਪੇਸ਼ਨਸ ਨੂੰ ਛੱਡ ਕੇ। ਬਟ ਉਹ ਆਕੂਪੇਸ਼ਨਸ ਜਿਹੜੇ ਨਹੀਂ ਉਹਦੇ ਵਿੱਚ ਫੋਲੋ ਕਰਦੇ ਅਸੀਂ ਤੁਹਾਨੂੰ ਦੱਸ ਦਾਂਗੇ। ਲਾਈਕ ਕੁਝ ਹੁੰਦੇ ਸਿੰਗਰਸ, ਲਾਈਕ ਇੱਦਾਂ ਦੀ ਥੋੜੇ ਜਿਹੇ ਆਕੂਪੇਸ਼ਨਸ ਹੈਗੇ ਆ ਜਿਹੜੇ ਥੋੜੇ ਜਿਹੇ ਹੈਗੇ ਆ ਬਟ ਨਾਰਮਲੀ ਸਾਰੇ ਕਰਦੇ ਆ। ਤੇ ਇਹਦੇ ਵਿੱਚ ਜਿਹੜੀ ਤੁਹਾਡੀ ਵਰਕ ਐਕਸਪੀਰੀਅੰਸ ਚਾਹੀਦਾ ਜਸਟ 1 year ਦਾ ਚਾਹੀਦਾ, ਇਨਸਾਈਡ ਜਾਂ ਫਿਰ ਆਊਟਸਾਈਡ ਕੈਨੇਡਾ ਵੀ ਹੋ ਸਕਦਾ ਹੈ। ਤੁਸੀਂ ਇਹ ਮਤਲਬ ਤੇ ਉਹ ਜਿਹੜਾ ਜੌਬ ਐਕਸਪੀਰੀਅੰਸ ਹੈ ਉਹ ਅਗਰ ਤੁਹਾਨੂੰ ਮਿਲ ਰਿਹਾ ਹੈ ਕਿ ਤੁਸੀਂ ਟਾਇਰ 0 ਦਾ ਤੁਹਾਨੂੰ ਜੌਬ ਆਫਰ ਹੈ ਤੇ ਤੁਹਾਨੂੰ ਉਸ ਵਰਕ ਐਕਸਪੀਰੀਅੰਸ ਤੁਹਾਡਾ 0 ਦਾ ਵੀ ਚੱਲੇਗਾ ਯੂਰ ਹੋਮ ਕੰਟਰੀ ਹੈ ਇਨਸਾਈਡ ਕੈਨੇਡਾ ਦੇ ਵਿੱਚ, ਜਾਂ 0 ਦਾ ਜਾਂ ਫਿਰ 1 ਦਾ ਵੀ ਚੱਲੇਗਾ। ਲਾਈਕ ਅਗਰ ਤੁਹਾਡਾ 2 ਹੈ ਤੇ ਜੌਬ ਆਫਰ ਤੁਹਾਡੇ ਕੋਲ ਟਾਇਰ 2 ਦਾ ਤੁਹਾਡੇ ਕੋਲ ਹੈਗਾ, ਬਟ ਤੁਹਾਡੇ ਕੋਲ ਵਰਕ ਐਕਸਪੀਰੀਅੰਸ 1 year 2 ਜਾਂ 3 ਜਾਂ 4 ਦਾ ਵੀ ਹੋ ਸਕਦਾ। ਲਾਈਕ ਬਹੁਤ ਹੀ ਜ਼ਿਆਦਾ ਫਲੈਕਸੀਬਲ ਹੈ ਪ੍ਰੋਗਰਾਮ। ਹਾਂਜੀ, ਔਰ ਇੱਕ ਹੋਰ ਬੈਨੀਫਿਟ ਹੈ ਕਿ ਇਹਦੇ ਵਿੱਚ ਜਿਹੜਾ ਕੈਨੇਡੀਅਨ ਲੈਂਗੁਏਜ ਬੈਂਚਮਾਰਕ ਹੈ ਉਹ 0 ਔਰ 1 ਲਈ 5 ਚਾਹੀਦਾ। ਤੇ ਅਗਰ ਕਿਸੇ ਦਾ ਵੈਰੀ ਬੇਸਿਕ ਰਿਕੁਆਇਰਮੈਂਟ ਬਟ ਅਗਰ ਨਾ ਕੁਝ ਲੋਕ ਨੂੰ ਲਾਈਕ ਜਿਹਨਾਂ ਦੇ ਆਇਲ ਸਕੋਰ ਲਾਈਕ 4 ਤੇ ਮਤਲਬ ਹਜੇ 4 ਔਰ 5 ਦੇ ਵਿੱਚ ਹੁੰਦੇ ਉਹਨਾਂ ਵਾਸਤੇ ਆਈ ਥਿੰਕ ਇਹ ਬੈਟਰ ਹੈ, ਬੈਸਟ ਪ੍ਰੋਗਰਾਮ ਹੈ, ਰਾਈਟ। ਤੇ ਫਿਰ ਉਸ ਤੋਂ ਬਾਅਦ ਇਹਦੀ ਕਿ ਅਗਰ ਤੁਹਾਡਾ ਜਿਹੜਾ ਤੁਸੀਂ ਟਾਇਰ 4 ਜਾਂ 5 ਚ ਫਾਲ ਕਰਦੇ ਹੋ ਤੇ ਤੁਹਾਨੂੰ ਸਿਰਫ CLB 4 ਚਾਹੀਦਾ, ਦਿਸ ਇਜ਼ ਵੈਰੀ ਲੈਸ। ਐਨੀਵਨ ਕੈਨ ਈਜ਼ੀਲੀ ਗੈਟ ਇਟ। ਤੁਸੀਂ ਸਿੱਧਾ ਹੀ ਇੱਥੇ ਆ ਸਕਦੇ ਹੋ PR ਦੇ ਉੱਤੇ ਜਸਟ 10 to 12 months ਦੇ ਵਿੱਚ। ਇਟਸ ਅ ਵੈਰੀ ਗੁੱਡ ਪ੍ਰੋਗਰਾਮ, ਰਾਈਟ। ਤੇ
ਇਹ ਕੀ ਹੈ ਕਿ ਇਹਦੀ ਤੀਜੀ ਰਿਕੁਆਇਰਮੈਂਟ ਇਹ ਹੈ ਕਿ ਉਹ ਜਿਹੜੀ ਕਮਿਊਨਿਟੀ ਇਹ ਨਹੀਂ ਕਿ ਕੋਈ ਵੀ ਕਮਿਊਨਿਟੀ, ਇਹ ਜਿਹੜੀ ਕਮਿਊਨਿਟੀ ਹੈ ਉਹਦੀ ਜਿਹੜੀ ਪਾਪੂਲੇਸ਼ਨ ਹੋਣੀ ਚਾਹੀਦੀ ਹੈ 1 ਲੱਖ ਤੋਂ ਘੱਟ ਹੋਣੀ ਚਾਹੀਦੀ ਹੈ, ਰਾਈਟ। ਤੇ ਉਹ ਕੈਲਗਰੀ ਔਰ ਐਡਮਿੰਟਨ ਤੋਂ ਨਹੀਂ ਹੋਣੀ ਚਾਹੀਦੀ, ਸਭ ਤੋਂ ਵੱਡੀ ਇਹ ਵੀ ਇੱਕ ਇਹਦੀ ਹੈਗੀ ਹੈ, ਰਾਈਟ। ਤੇ ਤੁਸੀਂ ਇਸ ਤਰ੍ਹਾਂ ਇਸ ਪ੍ਰੋਗਰਾਮ ਦੇ ਵਿੱਚ ਆ ਸਕਦੇ ਹੋ ਸਿੱਧੇ PR ਦੇ ਉੱਤੇ ਜਦੋਂ ਤੁਹਾਡੀ ਕਨਫਰਮੇਸ਼ਨ ਆਫ PR ਆ ਜਾਏ, ਰਾਈਟ। ਤੇ ਹੁਣ ਸਹਿਜ ਤੁਹਾਨੂੰ ਦੱਸਣਾ ਚਾਹਾਂਗੇ ਨੈਕਸਟ ਪ੍ਰੋਗਰਾਮ। if we talk about the northern and rural immigration pilot, ਇਹ ਵੀ ਇੱਕ community driven program ਹੀ ਹੈਗਾ ਵਾ। ਇਹ ਵੀ like just selected communities and provinces ਵਿੱਚ ਹੀ like ਕਰਦਾ ਵਾ। ਜਿਵੇਂ ਕਿ ਆਪਾਂ ਗੱਲ ਕਰੀਏ northern bay ਜਿਹੜੇ ਕਿ Ontario provinces ਵਿੱਚ ਹੈਗੇ and ਬਹੁਤ ਸਾਰੀਆਂ ਹੋਰ ਵੀ provinces ਹੈਗੀਆਂ, ਆਪਾਂ ਉਹਦਾ ਤੁਹਾਨੂੰ describe ਕਰ ਦਾਂਗੇ later। so ਇਹ ਵੀ community driven ਅਗਰ program ਦੀ ਗੱਲ ਕੀਤੀ ਜਾਵੇ like people's like ਆਪਣੀ PR ਲੈ ਸਕਦੇ on that particular community ਤੋਂ, ਜਿਵੇਂ ਕਿ ਅਸੀਂ renewal stream ਵਿੱਚ ਕੀਤਾ ਹੈ। ਇਹ ਦੋਨੋਂ like ਇੱਕ intercourse programs ਹੈਗੇ, ਇਹਨਾਂ ਵਿੱਚ ਜ਼ਿਆਦਾ like difference ਨਹੀਂ ਹੈਗਾ। so ਬਟ ਉਹ ਤੁਹਾਡਾ ਵਾਲਾ ਜਿਹੜਾ ਹੈ ਓਨਟਾਰੀਓ ਤੇ ਹੋਰ ਓਨਟਾਰੀਓ ਇਹ ਸਿਰਫ ਅਲਬਰਟਾ ਵਿੱਚ ਹੈਗਾ, just like a community difference ਇਹਨਾਂ ਵਿੱਚ ਹੈਗਾ ਵਾ। ਅਗਰ ਆਪਾਂ ਅਗਰ ਐਟਲਾਂਟਿਕ ਇਮੀਗ੍ਰੇਸ਼ਨ ਪਾਇਲਟ ਦੀ ਗੱਲ ਕੀਤੀ ਜਾਵੇ, ਇਹ ਜਿਹੜਾ ਪ੍ਰੋਗਰਾਮ ਹੈ ਇਹ ਜਸਟ 2017 ਵਿੱਚ ਹੀ ਲਾਂਚ ਹੋਇਆ ਵਾ ਤੇ ਗਵਰਨਮੈਂਟ ਨੇ ਇਹਨੂੰ ਪਰਮਾਨੈਂਟ ਬਣਾ ਦਿੱਤਾ ਹੋਇਆ ਵਾ। ਇਹ ਵੀ except from the other programs ਇਹ ਇੱਕ employer driven program ਹੈਗਾ ਵਾ, ਜਿਹੜੇ ਕਿ employees ਨੂੰ hire ਕਰਦੇ ਆ employers in that selected communities like it's for like international students as well as the skilled workers who want to live and reside in Canada and to earn income and to boost their community। so ਇਹ ਜਿਹੜਾ program ਹੈਗਾ ਵਾ ਇਹਦੇ ਉੱਤੇ ਤੁਹਾਡੇ ਕੋਲ ਇੱਕ job offer ਹੋਣੀ ਚਾਹੀਦੀ ਆ from the particular employer of that designated community। so ਅਗਰ ਆਪਾਂ ਇਸ program ਦੀ requirements ਦੀ ਗੱਲ ਕਰੀਏ ਤੇ ਇਹ ਵੀ just basic requirements are like ਆਪਾਂ ਜਿਵੇਂ ਪ੍ਰੀਵੀਅਸਲੀ ਗੱਲ ਕੀਤੀ ਸੀ, ਜਿਵੇਂ ਕਿ ਜਿਨ੍ਹਾਂ ਦੇ ਬੈਂਡਸ like 4 or 5 ਵਿੱਚ ਹੀ ਲਾਈਕ ਕਰਦੇ ਉਹਨਾਂ ਵਾਸਤੇ I think it is one of the best programs। ਹੁਣ ਤੁਸੀਂ ਸੋਚ ਰਹੇ ਹੋਗੇ like Atlantic immigration program ਜਿਹੜਾ ਹੈਗਾ ਵਾ Atlantic immigration, what is that Atlantic immigration? Atlantic immigration ਉਹ province ਆ like Alberta ਦੀ like ਜਿਹੜੀਆਂ 4 east side ਵਿੱਚ provinces ਹੈ which is like I think so like Nova Scotia होगी, Newfoundland and Labrador होगी, New Brunswick होगी, Prince Edward Island, ਇਹ ਸਾਰੀਆਂ Atlantic provinces ਹੈਗੀਆਂ ਕੈਨੇਡਾ ਦੀਆਂ। ਸੋ ਤਾਈਓ ਇਸ ਪ੍ਰੋਗਰਾਮ ਨੂੰ Atlantic immigration program ਕਿਹਾ ਜਾਂਦਾ ਵਾ। ਹੁਣ ਅਗਰ ਗੱਲ ਕਰੀਏ ਕੌਣ ਅਪਲਾਈ ਕਰ ਸਕਦਾ ਵਾ, it's as well as for international students and skilled workers। ਤੇ ਇਹਦਾ processing time ਵੀ I think so 12 months or 1 year ਦੇ ਅਰਾਊਂਡ ਇਹਦਾ ਪ੍ਰੋਸੈਸਿੰਗ ਟਾਈਮ ਵੀ ਹੈਗਾ ਵਾ। ਸੋ ਜਿਹੜੇ ਰਿਕੁਆਇਰਮੈਂਟਸ ਐਂਡ ਐਲੀਜੀਬਿਲਿਟੀ ਕ੍ਰਾਈਟੇਰੀਆ ਵੇਖੀਏ ਤੇ ਜਿਹੜਾ ਵਰਕ ਐਕਸਪੀਰੀਅੰਸ ਹੈਗਾ ਵਾ ਨਾ ਇਹਦਾ for skilled workers ਵਾਸਤੇ ਇਹਦਾ 1 year full time work experience ਹੈਗਾ ਵਾ like 30 hours per week। but ਅਗਰ ਆਪਾਂ ਸਟੂਡੈਂਟ ਵੱਲ ਵੇਖੀ ਜਾਈਏ no any condition is required for this, ਉਹਨਾਂ ਨੂੰ ਕੋਈ work experience required ਨਹੀਂ ਚਾਹੀਦਾ। but ਕੁਝ ਕੰਡੀਸ਼ਨਸ ਹੁੰਦੀਆਂ ਉਹਨਾਂ ਦੀਆਂ ਲਾਈਕ ਉਹਨਾਂ ਨੂੰ ਕੁਝ ਮਿਨੀਮਮ ਕੰਡੀਸ਼ਨਸ ਕਹਿ ਸਕਦੇ ਉਹਨਾਂ ਨੂੰ ਫੁਲਫਿਲ ਕਰਨੀਆਂ ਪੈਣਗੀਆਂ। ਬਹੁਤ ਲਾਈਕ ਜਸਟ ਬੇਸਿਕ ਕੰਡੀਸ਼ਨਸ ਹੁੰਦੀਆਂ ਲਾਈਕ ਉਹ ਕਰ ਸਕਦੇ ਆਪਣੇ ਸਟੱਡੀ ਦੇ ਦੌਰਾਨ ਜਾਂ ਲਾਈਕ ਆਪਣੇ ਵਰਕ ਦੇ ਦੌਰਾਨ। ਅਗਰ ਲੈਂਗੁਏਜ ਦੀ ਗੱਲ ਕਰੀਏ, ਅਗਰ ਜਿਨ੍ਹਾਂ ਦਾ ਨੌਕ A or B ਹੈ ਤੇ ਉਹਨਾਂ ਨੂੰ CLB 4 ਸਕੋਰ ਕਰਨੀ ਪਏਗੀ, ਅਗਰ ਨੌਕ C ਹੈ ਤੇ CLB 5 ਕਰਨੀ ਪਏਗੀ। ਅਗਰ ਆਪਾਂ ਗੱਲ ਕਰੀਏ ਐਜੂਕੇਸ਼ਨਲ ਰਿਕੁਆਇਰਮੈਂਟਸ ਦੀ, ਜਿਨ੍ਹਾਂ ਦਾ ਟਾਇਰਸ O or A ਹੈਗਾ ਵਾ ਉਹਨਾਂ ਨੂੰ ਜਸਟ ਇੱਕ पोस्ट सेकेंडरी एजुकेशनल क्रेडेंशियल चाहिए वा। अगर जिन्हों का नॉक B और C है तो उन्होंने कैनेडियन हाई स्कूल डिप्लोमा चाहिए वा। तो स्किल्ड वर्कर्स वास्ते नो एनी डिग्री और डिप्लोमा इज रिक्वायर्ड, इट्स ओनली फॉर द इंटरनेशनल स्टूडेंट्स। सो अगर इंटरनेशनल स्टूडेंट्स की गल की जाए उन्होंने कोई भी फंड्स लाइक एनी इनकम स्टेटमेंट उन्होंने रिक्वायरमेंट नहीं हैगी शो करने वास्ते। बट फॉर द स्किल्ड वर्कर्स कुछ मिनिमम ਇਨਕਮ ਸਟੇਟਮੈਂਟਸ ਔਰ ਫੰਡਸ ਉਹਨਾਂ ਨੂੰ ਸ਼ੋ ਕਰਨੇ ਪਏਗੇ। ਅਗਰ ਆਪਾਂ ਵਰਕ ਐਕਸਪੀਰੀਅੰਸ ਦੀ ਗੱਲ ਕਰੀਏ ਲਾਈਕ ਜਿਨ੍ਹਾਂ ਦਾ ਫੁੱਲ ਟਾਈਮ ਵਰਕ ਐਕਸਪੀਰੀਅੰਸ ਕਾਊਂਟ ਹੋਏਗਾ ਉਹ ਸੀਜ਼ਨਲ ਵਰਕ ਐਕਸਪੀਰੀਅੰਸ ਨਹੀਂ ਹੋਣਾ ਚਾਹੀਦਾ। ਲਾਈਕ ਜਿਵੇਂ ਕਿ ਅਗਰ ਉਹ
ਕੁਝ ਮਹੀਨਿਆਂ ਵਾਸਤੇ ਵਰਕ ਕਰ ਰਹੇ ਜਾਂ ਕੁਝ ਮਹੀਨਿਆਂ ਵਾਸਤੇ ਨਹੀਂ ਕਰ ਰਹੇ, ਉਹ ਐਟਲੀਸਟ 1 ਈਅਰ ਦਾ ਰੈਗੂਲਰ ਵਰਕ ਐਕਸਪੀਰੀਅੰਸ ਉਹਨਾਂ ਕੋਲ ਹੋਣਾ ਚਾਹੀਦਾ ਵਾ। ਤੇ ਉਹਨਾਂ ਕੋਲ ਲਾਈਕ ਕੋਈ ਵੀ ਇੰਡੀਪੈਂਡੈਂਟ ਕੰਟਰੈਕਟਰ ਨਹੀਂ ਹੋਣੇ ਚਾਹੀਦੇ, ਜਾਂ ਜਿਨ੍ਹਾਂ ਦਾ ਕੋਈ ਆਪਣਾ ਖੁਦ ਦਾ ਬਿਜ਼ਨਸ ਹੋ ਜਾਂ ਓਨਰ ਹੋਣ, ਉਹ ਲਾਈਕ ਜਸਟ ਇੱਕ ਜੌਬ ਆਫਰ ਹੋਣਾ ਚਾਹੀਦਾ ਉਹਨਾਂ ਕੋਲ ਇੰਪਲੋਇਰ ਤੋਂ। ਤੇ ਹੁਣ ਤੁਸੀਂ ਹੁਣ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਐਲਬਰਟਾ ਐਕਸੀਲਰੇਟਿਡ ਪਾਥਵੇ ਇਹ ਕੀ ਹੈ। Yeah. ਇਹ ਐਲਬਰਟਾ ਦੀ ਐਕਸਪ੍ਰੈਸ ਐਂਟਰੀ ਦਾ ਸਭ ਤੋਂ ਫਾਸਟੈਸਟ ਪ੍ਰੋਗਰਾਮ ਹੈ, ਜਿਸ ਵਿੱਚ ਬਹੁਤ ਇੱਕ ਪਰਟੀਕੁਲਰ ਜਿਹੜੀ ਆਕੂਪੇਸ਼ਨ ਲਿਸਟ ਦੇ ਵਿੱਚ ਹੀ ਲੋਕ ਆਉਂਦੇ ਹੈ, ਉਹ ਇਸ ਨੂੰ ਅਪਲਾਈ ਕਰ ਸਕਦੇ ਹਨ। Yeah. ਤੇ ਇਹ ਟਾਇਲਰ ਸ਼ੈਂਡਰੋ ਨੇ ਇਹਨੂੰ ਆਈ ਥਿੰਕ ਲਾਂਚ ਕੀਤਾ ਸੀਗਾ ਫੈਬਰਵਰੀ ਦੇ Yeah. ਵਿੱਚ। ਤੇ ਇਹ ਬਹੁਤ ਹੀ ਕਿਉਂ ਕੀਤਾ ਸੀ, ਕਿਉਂਕਿ ਐਲਬਰਟਾ ਦੇ ਵਿੱਚ ਟੈਕਨੀਕਲ ਸ਼ਾਰਟੇਜ ਬਹੁਤ ਜ਼ਿਆਦਾ ਜਾਂ ਹੈ, ਲੇਬਰ ਸ਼ਾਰਟੇजेस ਹੈਗੀਆਂ ਟੈਕਨੀਕਲ ਵਾ। ਪਰਸਨਸ ਦੀ ਬਹੁਤ ਜ਼ਿਆਦਾ Yeah. ਸ਼ਾਰਟੇਜ ਹੈ, ਇਸ ਲਈ ਇਸ ਨੂੰ ਬਹੁਤ ਹੀ ਜ਼ਿਆਦਾ ਫਾਸਟ ਮੰਨਿਆ ਜਾਂਦਾ ਹੈ ਕਿ ਇਹਦੇ ਵਿੱਚ ਤੁਸੀਂ ਆਪਣੀ ਪੀਆਰ 6 to 8 months ਦੇ ਵਿੱਚ ਲੈ ਲੈਂਦੇ ਹੋ ਅਗਰ ਤੁਹਾਡੇ ਕੋਲ Yeah. ਜੌਬ ਆਫਰ ਹੈਗੀ ਹੈ। ਹੁਣ ਅਸੀਂ ਦੇਖਾਂਗੇ ਕਿ ਇਹਦੇ ਵਿੱਚ ਕਿਹੜੀ ਐਲੀਜੀਬਿਲਿਟੀਜ਼ ਹੈ ਤੇ ਇਹਦੇ ਕੀ ਸਟੈਪਸ ਹੈ ਤਾਂ ਕੌਣ ਕੌਣ ਇਹਨੂੰ ਅਪਲਾਈ ਕਰ ਸਕਦਾ ਹੈ। ਇਹਦੀ ਸਭ ਤੋਂ ਪਹਿਲਾਂ ਜਿਹੜੀ ਐਲੀਜੀਬਿਲਿਟੀ ਹੈ ਕਿ ਤੁਹਾਡੀ ਐਕਸਪ੍ਰੈਸ ਐਂਟਰੀ ਦੇ ਵਿੱਚ ਤੁਹਾਡੀ ਐਕਟਿਵ ਪ੍ਰੋਫਾਈਲ ਹੋਣੀ ਚਾਹੀਦੀ ਹੈ, Yeah. ਰਾਈਟ, ਕਿ ਤੁਸੀਂ ਔਰ ਤੁਹਾਡਾ ਸੀਆਰ ਸਕੋਰ 300 ਮਿਨੀਮਮ 300 ਹੋਣਾ ਚਾਹੀਦਾ ਹੈ। ਲਾਈਕ ਇਨ ਦਾ ਜਿਵੇਂ ਕਿ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਜਿਨ੍ਹਾਂ ਦੀ ਐਕਸਪਾਇਰ ਹੋ ਜਾਣੀ ਹੈ, ਉਹ ਆਪਣੀ ਅਪ ਟੂ ਡੇਟ ਕਰ ਸਕਦੇ ਆ। 3 ਮਹੀਨੇ ਬਾਅਦ ਇਹਨੂੰ ਲਾਈਕ update ਉਹਨਾਂ ਦੀ ਐਕਟਿਵ ਹੋਣੀ ਚਾਹੀਦੀ ਐਕਸਪ੍ਰੈਸ ਐਂਟਰੀ ਪ੍ਰੋਫਾਈਲ। ਹਾਂ, ਤੇ ਦੂਸਰੀ ਹੈ ਕਿ ਕੈਨੇਡਾ ਜਿਹੜੀ ਫੈਡਰਲ ਗਵਰਨਮੈਂਟ ਵੱਲੋਂ ਜਿਹੜੇ 3 ਕ੍ਰਾਈਟੇਰੀਆਜ਼ ਹੁੰਦੇ ਆ, ਫੈਡਰਲ ਸਕਿਲਡ ਵਰਕਰ, ਕੈਨੇਡੀਅਨ ਐਕਸਪੀਰੀਅੰਸ ਕਾਰਡ, ਫੈਡਰਲ ਟ੍ਰੇਡ ਪ੍ਰੋਗਰਾਮ ਦੇ ਵਿੱਚੋਂ ਤੁਸੀਂ ਕਿਸੇ ਵੀ ਇੱਕ ਕੈਟਾਗਰੀ ਦੇ ਅੰਦਰ ਤੁਸੀਂ ਹੋਣੇ ਚਾਹੀਦੇ ਆ, ਰਾਈਟ। ਤੇ ਇਹਦੀ ਸੈਕਿੰਡ ਹੈ ਜਿਹੜੀ ਮੋਸਟ ਇੰਪੋਰਟੈਂਟ ਹੈ ਕਿ ਤੁਹਾਡੇ ਕੋਲ ਜੌਬ ਆਫਰ ਚਾਹੀਦਾ ਐਲਬਰਟਾ ਦੇ ਇੰਪਲੋਇਰ ਕੰਪਨੀਜ਼ ਵੱਲੋਂ ਚਾਹੀਦਾ ਕਿ ਤੁਹਾਡੇ ਕੋਲ ਉਹ ਆਕੂਪੇਸ਼ਨ ਦੇ ਅੰਡਰ ਹੀ ਤੁਹਾਡਾ ਲਾਈਕ ਤੁਸੀਂ ਸਿਵਲ ਇੰਜੀਨੀਅਰਸ ਆਕੂਪੇਸ਼ਨਸ ਲਾਈਕ ਦਿਸ ਡਾਟਾਬੇਸ ਫੀਲਡ ਹੋਗੀ, database management, administrator, web developer, data analyst, like ਹੋਰ ਵੀ ਬਹੁਤ ਸਾਰੇ ਇਹਦੇ ਵਿੱਚ ਹੈਗੇ ਆ। ਅਸੀਂ ਆਕੂਪੇਸ਼ਨ ਦੀ ਲਿਸਟ ਦੀ ਜਿਹੜੀ ਉਹ ਥਰਨਾ ਅਸੀਂ ਸ਼ੇਅਰ ਕਰ ਦਾਂਗੇ। ਹਾਂਜੀ। ਤੇ ਉਸ ਤੋਂ ਬਾਅਦ ਇਹਦੀ ਥਰਡ ਹੈ ਕਿ ਤੁਹਾਡੀ ਜਿਹੜੀ ਲੈਂਗੁਏਜ ਹੈ ਥਰਡ ਜਿਹੜੀ ਲੈਂਗੁਏਜ ਤੁਹਾਡੀ ਰਿਕੁਆਇਰਮੈਂਟ ਹੈ ਉਹ CLB 7 ਹੋਣੀ ਚਾਹੀਦੀ ਅਗਰ ਤੁਸੀਂ ਨੌਕ ਦੇ 0 ਔਰ 1 ਦੇ ਵਿੱਚ ਹੁੰਦੇ ਹੋ, ਬਟ ਅਗਰ ਤੁਸੀਂ 2 3 ਦੇ ਵਿੱਚ ਹੁੰਦੇ ਹੋ ਤਾਂ ਤੁਹਾਨੂੰ CLB 5 ਹੋਣੀ ਚਾਹੀਦੀ ਹੈ। ਔਰ ਜਿਹੜੀ ਇਹਦੀ ਐਜੂਕੇਸ਼ਨ ਦੀ ਐਲੀਜੀਬਿਲਿਟੀ ਹੈ ਕਿ ਤੁਹਾਡੇ ਕੋਲ ਪੋਸਟ ਸੈਕੰਡਰੀ ਦੇ ਵਿੱਚ ਤੇ ਨਾਲ ਇੱਕ ਡਿਪਲੋਮਾ ਵੀ ਹੋਣਾ ਚਾਹੀਦਾ, ਔਰ ਤੁਹਾਡਾ ਜਿਹੜਾ ਵਰਕ ਐਕਸਪੀਰੀਅੰਸ ਹੈ ਉਹ ਐਟਲੀਸਟ 1 ਈਅਰ ਦਾ ਹੋਣਾ ਚਾਹੀਦਾ, ਠੀਕ ਹੈ। ਤੇ ਉਸ ਤੋਂ ਬਾਅਦ ਅਸੀਂ ਕੀ ਕਰਦੇ ਹਾਂ, ਅਸੀਂ ਐਂਟਰੀ ਐਕਸਪ੍ਰੈਸ ਐਂਟਰੀ ਚ ਕਰ ਲਈ, ਤੁਸੀਂ ਐਕਸਪ੍ਰੈਸ ਐਲਬਰਟਾ ਦੇ ਵਿੱਚ ਵੀ ਤੁਹਾਡੀ ਜਿਹੜੀ ਪ੍ਰੋਫਾਈਲ ਉਹ ਐਕਟਿਵ ਹੋਣੀ ਚਾਹੀਦੀ। ਤੇ ਫਿਰ ਉਸ ਤੋਂ ਬਾਅਦ ਥਰਡ ਸਟੈਪ ਕੀ ਹੈ ਕਿ ਤੁਸੀਂ ਐਲਬਰਟਾ ਐਕਸੀਲਰੇਟਿਡ ਫਾਰਮ ਜਿਹੜਾ ਹੁੰਦਾ ਉਹਦੇ ਵਿੱਚ ਸਬਮਿਟ ਕਰਨਾ ਪਹਿਲਾਂ ਸਬਮਿਸ਼ਨ ਤੋਂ ਪਹਿਲਾਂ ਤੁਹਾਨੂੰ ਇੱਕ ਫਾਰਮ ਸਬਮਿਟ ਕਰਾਉਣਾ ਪਏਗਾ। ਉਹਦੇ ਵਿੱਚ ਤੁਸੀਂ ਆਪਣੀ ਐਕਸਪ੍ਰੈਸ ਐਂਟਰੀ ਦੀ ਪ੍ਰੋਫਾਈਲ ਦੀ ਇਨਫੋਰਮੇਸ਼ਨ ਭਰੋਗੇ ਤੇ ਨਾਲ ਵਰਕ ਜਿਹੜਾ ਤੁਹਾਨੂੰ ਜੌਬ ਆਫਰ ਮਿਲ ਰਿਹਾ ਉਹਦੀ। ਤੇ ਉਸ ਤੋਂ ਬਾਅਦ ਜਿਹੜੀ ਐਲਬਰਟਾ ਐਡਵਾਂਟੇਜ ਇਮੀਗ੍ਰੇਸ਼ਨ ਪ੍ਰੋਗਰਾਮ ਵੱਲੋਂ ਤੁਹਾਨੂੰ ਉਸ ਇਨਫੋਰਮੇਸ਼ਨ ਨੂੰ ਰਿਵਿਊ ਕੀਤਾ ਜਾਏਗਾ ਤੇ ਤੁਹਾਨੂੰ ਸੁਜੈਸਟ ਕੀਤਾ ਜਾਏਗਾ ਕਿ ਤੁਸੀਂ ਐਲੀਜੀਬਲ ਹੋ PNP ਲਈ ਕਿ ਨਹੀਂ। ਅਗਰ ਤੁਸੀਂ PNP ਲਈ ਐਲੀਜੀਬਲ ਹੁੰਦੇ ਹੋ ਤੇ ਤੁਹਾਨੂੰ ਇੱਕ ਈਮੇਲ ਆਏਗੀ ਇਨਵੀਟੇਸ਼ਨ ਲਿੰਕ ਦੇ ਨਾਲ, ਤੇ ਜਿਹਦੇ ਵਿੱਚ ਤੁਹਾਨੂੰ ਅਗਰ ਫਰਦਰ ਸਟੈਪਸ ਦੱਸੇ ਜਾਣਗੇ ਕਿ ਇਨਫੋਰਮੇਸ਼ਨ ਤੁਹਾਡੇ ਤੋਂ ਹੋਰ ਇਨਫੋਰਮੇਸ਼ਨ ਲਿੱਤੀ ਜਾਏਗੀ। ਤੇ ਉਹ ਸਾਰੀ ਇੱਕ ਕੰਪਲੀਟ ਜਿਹੜੀ ਫਾਈਲ ਹੋਏਗੀ, ਇੱਕ ਕੰਪਲੀਟ ਐਪਲੀਕੇਸ਼ਨ ਹੋਏਗੀ, ਉਹ ਇੱਕ ਪੂਲ ਦੇ ਵਿੱਚ ਜਾਏਗੀ, ਜਿਸ ਪੂਲ ਵਿੱਚ ਤੁਹਾਨੂੰ ਫਿਰ AAIP ਤੁਹਾਨੂੰ ਸਿਲੈਕਟ ਕਰੇਗੀ ਕਿ ਤੁਸੀਂ ਐਲੀਜੀਬਲ ਹੈਗੇ ਹੋ ਆਪਣੀ ਫਾਈਲ ਸਬਮਿਟ ਕਰਾਉਣ ਵਾਸਤੇ ਕਿ ਨਹੀਂ। ਫਿਰ ਉਸ ਤੋਂ ਬਾਅਦ ਤੁਹਾਨੂੰ PNP ਆਏਗੀ ਐਲਬਰਟਾ ਵੱਲੋਂ ਤੇ ਨਾਲ ਤੁਹਾਨੂੰ ਸਿੱਧਾ ਹੀ ਤੁਹਾਨੂੰ 600 ਸਕੋਰ ਮਿਲ ਜਾਣਗੇ, ਡਾਇਰੈਕਟਲੀ 600 ਪੁਆਇੰਟਸ ਮਿਲ ਸਕਦੇ ਤੁਹਾਨੂੰ ਐਕਸਪ੍ਰੈਸ ਐਂਟਰੀ ਲਈ ਮਿਲ ਜਾਣਗੇ। ਤੇ ਤੁਹਾਡਾ ਨੈਕਸਟ ਡਰਾਅ 'ਚ ਤੁਹਾਡਾ ਨਾਮ ਡੈਫੀਨੇਟਲੀ, ਬਿਕੋਜ਼ ਤੁਹਾਡੇ ਜਿਹੜੇ ਮਾਰਕਸ ਤੁਹਾਡੇ ਪੁਆਇੰਟਸ ਹੋ ਗਏ 900 to 1000 ਔਰ 1100 ਦੇ ਵਿੱਚ ਫਾਲ ਕਰਨਗੇ, ਰਾਈਟ। ਤੇ ਸੋ ਲਵਲੀ, ਜਿਵੇਂ ਕਿ ਆਪਾਂ ਪ੍ਰੋਗਰਾਮਸ ਦੀ ਗੱਲ ਕਰ ਰਹੇ ਹਾਂ, ਅਸੀਂ ਵੇਖਿਆ ਕਿ ਲਾਈਕ
ਇਹ ਪ੍ਰੋਗਰਾਮਸ ਜਿਹੜੇ ਆ ਜ਼ਿਆਦਾ ਆਈ ਥਿੰਕ ਬੈਸਟ ਹੈਗੇ ਆ ਫਰੋਮ ਦ LMIs ਐਂਡ ਦੀ ਅਦਰ ਪ੍ਰੋਗਰਾਮਸ ਲਾਈਕ ਇਹਨਾਂ ਵਿੱਚ ਇੰਨੀ ਜ਼ਿਆਦਾ ਐਲੀਜੀਬਿਲਿਟੀ ਰਿਕੁਆਇਰਮੈਂਟਸ ਵੀ ਨਹੀਂ ਆ ਜਸਟ ਬੇਸਿਕ ਲਾਈਕ ਐਵਰੀਵਨ ਕੈਨ ਫੁਲਫਿਲ ਦਿਸ ਅਗਰ LMI ਦੀ ਗੱਲ ਕਰੀਏ ਜਿਵੇਂ ਕਿ ਕਈ ਜਾਣੇ EMPLOYEES ਲਾਈਕ ਐਕਸਪਲੋਇਟ ਵੀ ਹੁੰਦੇ ਆ ਲਾਈਕ ਉਹਨਾਂ ਦਾ ਲੌਂਗ ਪ੍ਰੋਸੈਸਿੰਗ ਟਾਈਮ ਵੀ ਹੁੰਦਾ ਵਾ ਲੌਂਗ ਪ੍ਰੋਸੈਸਿੰਗ ਟਾਈਮ ਹੁੰਦਾ ਹੈ ਹਨਾ LMI ਉਹਦੇ ਤੋਂ ਵਿੱਚ ਬਾਅਦ ਲਾਈਕ ਉਹਨਾਂ ਦਾ ਅਗਰ ਪ੍ਰੋਸੈਸਿੰਗ ਟਾਈਮ ਦੀ ਆਪਾਂ ਗੱਲ ਕਰੀਏ ਹਾਂ। ਹਨਾ ਤੇ ਉਹ ਥੋੜਾ ਡਿਫਰੈਂਸ਼ੀਏਟ ਕਰਦੇ ਆ ਦੋਨੋਂ ਹਾਂ। ਪ੍ਰੋਗਰਾਮਸ ਉਹਦੇ ਵਿੱਚੋਂ ਹਾਂ ਹਨਾ ਬਿਲਕੁਲ ਤਾਂ ਮੈਂ ਤਾਂ ਇਹੀ ਸੁਜੈਸਟ ਕਰਨਾ ਚਾਹੂੰਗੀ ਕਿ ਤੁਸੀਂ ਡਾਇਰੈਕਟ PR ਤੇ ਆਓ Yeah. ਕਿਉਂਕਿ ਫਿਰ ਉਸ ਤੋਂ ਬਾਅਦ ਤੁਸੀਂ ਤੁਹਾਨੂੰ ਜ਼ਿਆਦਾ ਓਪਰਚ्युनिटीज ਮਿਲਦੀਆਂ ਤੁਹਾਨੂੰ ਇੱਕ LMI ਦੇ ਵਿੱਚ ਤੁਹਾਨੂੰ ਇੱਕ ਕਲੋਜ਼ ਪਰਮਿਟ ਮਿਲਦਾ ਤੁਸੀਂ Yeah. ਕਿਸੇ EMPLOYER ਨਾਲ ਕੰਮ ਕਰ ਸਕਦੇ ਹੋ ਬਟ ਜਦੋਂ ਤੁਸੀਂ ਐਜ਼ ਅ ਵਰਕ ਪਰਮਿਟ ਆਉਂਦੇ ਹੋ ਪਰਮਾਨੈਂਟਲੀ Yeah. ਰੈਜ਼ੀਡੈਂਸੀ ਆਉਂਦੇ ਹੋ ਤੇ ਤੁਸੀਂ ਜਿੱਥੇ ਚਾਹੋ ਉੱਥੇ ਤੁਸੀਂ ਕਰ ਸਕਦੇ ਆ ਆਪਾਂ ਕੰਮ ਕਰ ਸਕਦੇ ਆ ਸੋ ਆਈ ਥਿੰਕ ਕਈ ਲੋਕਾਂ ਨੂੰ ਪਤਾ ਵੀ ਨਹੀਂ ਹੋਏਗਾ ਲਾਈਕ LMI ਤੋਂ ਇਲਾਵਾ ਵੀ ਹੋਰ ਵੀ ਬਹੁਤ ਸਾਰੇ ਪ੍ਰੋਗਰਾਮਸ ਹੈਗੇ ਆ ਜਿਨ੍ਹਾਂ ਵਿੱਚ ਤੁਸੀਂ ਆਪਣੀ ਡਾਇਰੈਕਟ PR ਵੀ ਲੈ ਸਕਦੇ ਹੋ ਸੋ ਸਾਡਾ ਅੱਜ ਮੇਨ ਟੌਪਿਕ ਇਹੀ ਸੀ ਲਾਈਕ ਟੂ ਇੰਟਰੋਡਿਊਸ ਡਿਫਰੈਂਟ ਪ੍ਰੋਗਰਾਮਸ ਐਂਡ ਟੂ ਟਾਕ ਅਬਾਊਟ ਦਿਸ. So thank you so much everyone. If you have any questions and queries regarding this, please we will be very helpful to answer all your questions. You can email us at loveleen.dutta@bluewhite.ca or email us at sahaj.thind@bluewhite.ca or do call us at 587-882-3100. You can WhatsApp us. okay. Thank you so Thank you. much. Have a good day.